केते आखें आखण पाहे, केते कह कह उठ उठ जाहे। एते कीते होर करे, तां आख न सकै केई के। जे वड भावै ते वड होए, नानक जानै साचा सोए। जे को आखे बोल बिगाड़, तां लिखिए सिर गवारा गवार। जे को आखे बोल बिगाड़, तां लिखिए सिर गवारा गवार। परम सन्मानयोग जुगो जुग अटल जबर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਏਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 26ਵੀਂ ਪੌੜੀ ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਨੂੰ ਬਿਆਨ ਕਰਦਿਆਂ ਹੋਇਆਂ ਕਹਿ ਰਹੇ ਨੇ ਕਿ ਪਰਮਾਤਮਾ ਜਿੱਡਾ ਵੱਡਾ ਮਹਾਨ ਹੈ, ਜਿੱਥੇ ਪਰਮਾਤਮਾ ਇੱਕ ਮਹਾਨ ਹਸਤੀ ਹੈ, ਉੱਥੇ ਉਹਦੇ ਗੁਣਾਂ ਨਾਲ ਸਾਂਝ ਪਾਉਣ ਵਾਲੇ, ਉਹਦੇ ਗੁਣਾਂ ਰਾਹੀਂ ਉਹਦੇ ਨਾਲ ਜੁੜਨ ਵਾਲੇ, ਉਹਨੂੰ ਜਪਣ ਵਾਲੇ ਵੀ ਉਹਦੇ ਹੀ ਮਹਾਨ ਹਨ। ਉਸ ਪਰਮਾਤਮਾ ਦੀ ਹਸਤੀ ਦਾ, ਉਹਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਤੇ ਉੱਥੇ ਨਾਲ ਹੀ ਜਿਹੜੇ ਉਹਦੇ ਗੁਣਾਂ ਨੂੰ ਵਿਹਾਜਣ ਵਾਲੇ ਹਨ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਕਰਕੇ ਉਹਦੇ ਚਰਨਾਂ ਨਾਲ ਸਾਂਝ ਪਾਉਣ ਵਾਲੇ ਹਨ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਆਓ ਇਸ ਪੌੜੀ ਦੇ ਅੰਦਰੋਂ ਗੁਰੂ ਮਹਾਰਾਜ ਜੀ ਨੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨਤਾ ਤੇ ਉਹਦੇ ਨਾਲ ਜੁੜਨ ਵਾਲਿਆਂ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ, ਉਹਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ ਜੀ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਕਹਿ ਰਹੇ ਨੇ, ਅਮੁੱਲ ਗੁਣ ਅਮੁੱਲ ਵਪਾਰ, ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਅਮੁੱਲਕ ਹਨ। ਉਹਨਾਂ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਤੇ ਨਾ ਹੀ ਇਹਨਾਂ ਗੁਣਾਂ ਨੂੰ ਕੋਈ ਖਰੀਦ ਸਕਦਾ ਵਾ। ਵਾਸਤਵ ਦੇ ਵਿੱਚ ਇਹ ਜਿਹੜੇ ਗੁਣ ਹਨ, ਇਹ ਬਾਜ਼ਾਰ ਵਿੱਚੋਂ ਬਾਹਰੋਂ ਨਹੀਂ ਮਿਲਦੇ। ਇਹ ਗੁਣ ਮਨੁੱਖ ਦੇ ਆਪਣੇ ਅੰਦਰ ਹੀ ਮੌਜੂਦ ਹਨ ਤੇ ਮਨੁੱਖ ਨੂੰ ਗੁਰੂ ਨਾਲ ਸਾਂਝ ਪਾ ਕੇ ਇਹਨਾਂ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰਨਾ ਪੈਂਦਾ ਵਾ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬੋਲ ਹਨ, ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਵੀ ਸਰੀਰ ਇੱਕ ਸਰੋਵਰ ਦੀ ਨਿਆਈ ਹੈ। ਗੁਰੂ ਨਾਲ ਜੁੜ ਕੇ ਇਸ ਸਰੀਰ ਰੂਪੀ ਸਰੋਵਰ ਦੇ ਵਿੱਚੋਂ ਤੂੰ ਗੁਣ ਪ੍ਰਗਟ ਕਰਨੇ ਹਨ। ਪ੍ਰਗਟ ਤੋਂ ਭਾਵ ਹੈ ਕਿ ਤੇਰੇ ਅੰਦਰ ਹੀ ਉਹ ਚੀਜ਼ ਮੌਜੂਦ ਹੈ ਜਿਹਨੂੰ ਤੂੰ ਪ੍ਰਗਟ ਕਰ ਸਕਦਾ ਹੈ ਤੇ ਗੁਣ ਮਨੁੱਖ ਦੇ ਆਪਣੇ ਅੰਦਰ ਹੀ ਮੌਜੂਦ ਹਨ। ਮੱਧ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਗੁਰਮੁਖੋ ਗੁਣ ਕਿਤੋਂ ਬਾਹਰੋਂ ਬਾਜ਼ਾਰੋਂ ਨਹੀਂ ਮਿਲਦੇ,
ਤੁਸੀਂ ਸੱਚ ਨੂੰ ਖਰੀਦਣ ਜਾਓਗੇ, ਅਗਰ ਸੰਸਾਰ ਦੇ ਵਿੱਚ ਕੋਈ ਐਸੀ ਹੱਟੀ ਜਾਂ ਦੁਕਾਨ ਨਹੀਂ ਜਿੱਥੇ ਸੱਚ ਵਿਕਦਾ ਹੋਵੇ। ਸਬਰ ਸੰਤੋਖ ਵਰਗਾ ਮਹਾਨ ਗੁਣ ਹੈ, ਦਇਆ ਵਰਗਾ ਮਹਾਨ ਗੁਣ ਹੈ, ਨਿਮਰਤਾ ਵਰਗਾ ਮਹਾਨ ਗੁਣ ਹੈ। ਦੁਨੀਆ ਦੇ ਵਿੱਚ ਕੋਈ ਐਸੀ ਹੱਟੀ ਨਹੀਂ ਬਣੀ ਕਿ ਜਿੱਥੇ ਇਹ ਰੱਬ ਜੀ ਦੇ ਗੁਣ ਵਿਕਦੇ ਹੋਣ ਤੇ ਜਿੱਥੋਂ ਇਹਨਾਂ ਗੁਣਾਂ ਦਾ ਕੋਈ ਮੁੱਲ ਪਾ ਕੇ ਇਹ ਗੁਣ ਮਨੁੱਖ ਖਰੀਦ ਸਕੇ। ਹਾਂ, ਇੱਕ ਸ਼ਾਹ ਜ਼ਰੂਰ ਹੈ ਦੁਨੀਆ ਦੇ ਅੰਦਰ, ਇੱਕ ਹੱਟੀ ਜ਼ਰੂਰ ਹੈ ਦੁਨੀਆ ਦੇ ਅੰਦਰ, ਸਤਿਗੁਰ ਜੀ ਦਾ ਘਰ, ਸਤ ਸੰਗ ਰੂਪੀ ਹੱਟੀ। ਇੱਥੇ ਆ ਕਰਕੇ ਮਨੁੱਖ ਨੇ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਵਾ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਗਟ ਕਰਨਾ ਵਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਅਮੁੱਲਕ ਹਨ, ਉਹਨਾਂ ਗੁਣਾਂ ਦਾ ਮੁੱਲ ਕੋਈ ਨਹੀਂ ਪਾ ਸਕਦਾ। ਤੇ ਇਹਨਾਂ ਗੁਣਾਂ ਦੇ ਵਪਾਰ ਕਰਨ ਵਾਲੇ ਵੀ ਅਮੁੱਲਕ ਹਨ। ਜਿਹੜੇ ਇਹਨਾਂ ਗੁਣਾਂ ਨਾਲ ਸਾਂਝ ਪਾ ਲੈਂਦੇ ਹਨ, ਇਹਨਾਂ ਗੁਣਾਂ ਦਾ ਵਪਾਰ ਕਰਦੇ ਹਨ ਜਾਂ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲੈਂਦੇ ਆ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ, ਉਹਨਾਂ ਨੂੰ ਵੀ ਕੋਈ ਖਰੀਦ ਨਹੀਂ ਸਕਦਾ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਖੁਦ ਅਮੁੱਲਕ ਨੇ, ਉਹਨਾਂ ਦਾ ਮੁੱਲ ਨਹੀਂ ਪੈ ਸਕਦਾ ਤੇ ਉਹਦੇ ਨਾਲ ਜੁੜਨ ਵਾਲਿਆਂ ਨੂੰ ਕੋਈ ਕਿਵੇਂ ਖਰੀਦ ਸਕਦਾ। ਜਦੋਂ ਆਪਾਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ, ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਗੁਰਮੁਖੋ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਉਹਨਾਂ ਨੂੰ ਨਵਾਬੀਆਂ ਵੀ ਪੇਸ਼ਕਸ਼ ਕੀਤੀਆਂ ਗਈਆਂ, ਉਹਨਾਂ ਨੂੰ ਜ਼ਗੀਰਾਂ ਵੀ ਪੇਸ਼ਕਸ਼ ਕੀਤੀਆਂ ਗਈਆਂ, ਪਰ ਅਗਲਿਆਂ ਨੇ ਠੋਕਰ ਮਾਰ ਦਿੱਤੀ। ਜ਼ਮੀਰ ਨੂੰ ਖਰੀਦਣਾ ਚਾਹਿਆ, ਈਮਾਨ ਨੂੰ ਖਰੀਦਣਾ ਚਾਹਿਆ, ਪਰ ਉਹ ਕਹਿੰਦੇ ਸਨ ਕਿ ਅਸੀਂ ਸੱਚ ਨਾਲ ਸਾਂਝ ਪਾ ਚੁੱਕੇ ਹਾਂ, ਉਸ ਕਰਤੇ ਪੁਰਖ ਨਾਲ ਸਾਡੀ ਜਿਹੜੀ ਜ਼ਿੰਦਗੀ ਦਾ ਨਾਤਾ ਜੁੜ ਚੁੱਕਿਆ ਹੈ। ਜੇ ਉਹਨੂੰ ਨਹੀਂ ਕੋਈ ਖਰੀਦ ਸਕਦਾ ਤੇ ਸਾਨੂੰ ਤੁਸੀਂ ਕਿਵੇਂ ਖਰੀਦ ਸਕਦੇ ਹੋ। ਉਹਨਾਂ ਨੇ ਆਪਣੇ ਈਮਾਨ ਦਾ ਸੌਦਾ ਨਹੀਂ ਹੋਣ ਦਿੱਤਾ, ਆਪਣੇ ਜ਼ਮੀਰ ਦਾ ਸੌਦਾ ਨਹੀਂ ਹੋਣ ਦਿੱਤਾ। ਇੱਥੋਂ ਤੱਕ ਕਿ ਉਹਨਾਂ ਨੇ ਮੌਤ ਨੂੰ ਗਲੇ ਲਗਾ ਲਿਆ, ਮੌਤ ਨੂੰ ਪ੍ਰਵਾਨ ਕਰ ਲਿਆ, ਪਰ ਜ਼ਗੀਰਾਂ ਨੂੰ, ਦੌਲਤਾਂ ਨੂੰ, ਜ਼ਮੀਨ ਜਾਇਦਾਦ ਨੂੰ ਜੋ ਪੇਸ਼ਕਸ਼ ਹੁਕਮਰਾਨਾਂ ਵੱਲੋਂ ਕੀਤੀ ਗਈ ਠੁਕਰਾ ਦਿੱਤੀ। ਵੇਖੋ ਤੁਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹੋ, ਇੱਕ ਗਰੀਬ ਘਾਈਆ ਇੱਕ ਦਬੜਾ ਲੈ ਕਰਕੇ, ਇੱਕ ਟਕਾ ਲੈ ਕਰਕੇ, ਇੱਕ ਘਾਹ ਦੀ ਪੰਡ ਲੈ ਕਰਕੇ ਉਹ ਜਹਾਂਗੀਰ ਦੇ ਦਰਬਾਰ ਵਿੱਚ ਧੋਖੇ ਨਾਲ ਪਹੁੰਚ ਜਾਂਦਾ ਹੈ। ਉਹ ਜਾਣਾ ਚਾਹੁੰਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਬਾਰ ਵਿੱਚ, ਪਰ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚ ਜਾਂਦਾ ਹੈ। ਉਹਦੇ ਅੱਗੇ ਟਕਾ ਰੱਖਦਾ ਹੈ, ਘਾਹ ਦੀ ਪੰਡ ਰੱਖਦਾ ਹੈ ਤੇ ਇੱਕੋ ਬਚਨ ਹੈ ਉਹਦੇ ਜੇਬਾਂ ਦੇ ਵਿੱਚੋਂ ਨਿਕਲਦਾ ਵੀ ਸ਼ਹਿਨਸ਼ਾਹ, ਬਾਦਸ਼ਾਹ, ਮੇਰਾ ਜਨਮ ਮਰਨ ਕੱਟ ਦਿਓ ਤੇ ਆਹ ਜਿਹੜੀ ਗਰੀਬ ਦੀ ਭੇਟਾ ਹੈ ਇਹ ਪ੍ਰਵਾਨ ਕਰੋ ਤੇ ਇਹਦੇ ਨਾਲ ਮੇਰਾ ਜੰਮਣ ਮਰਨ ਮੁਕਾ ਦਿਓ। ਤੇ ਜਹਾਂਗੀਰ ਨੂੰ ਅਹਿਸਾਸ ਹੋ ਜਾਂਦਾ ਵੀ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਿੱਖ ਹੈ, ਭਲੇਖੇ ਨਾਲ ਮੇਰੇ ਦਰਬਾਰ ਵਿੱਚ ਆ ਗਿਆ ਹੈ ਤੇ ਮੈਨੂੰ ਭਲੇਖੇ ਨਾਲ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਮਝ ਰਿਹਾ ਹੈ। ਤੇ ਜਹਾਂਗੀਰ ਨੇ ਆਖਿਆ ਵੀ ਮੈਂ ਤੇਰਾ ਜਨਮ ਮਰਨ ਨਹੀਂ ਕੱਟ ਸਕਦਾ, ਮੇਰੇ ਦਰਬਾਰ ਦੇ ਵਿੱਚੋਂ ਤੂੰ ਦੌਲਤ ਲੈ ਸਕਦਾ ਵਾਂ, ਧਨ ਲੈ ਸਕਦਾ ਵਾਂ, ਮੈਂ ਤੇ ਇਸ ਦਿੱਲੀ ਦਾ, ਇਸ ਦੇਸ਼ ਦਾ ਬਾਦਸ਼ਾਹ ਵਾਂ। ਜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਤੇ ਸੱਚੇ ਪਾਤਸ਼ਾਹ ਹਰਗੋਬਿੰਦ ਮਹਾਰਾਜ ਜੀ ਦੇ ਤੰਬੂ ਦੂਜੇ ਪਾਸੇ ਲੱਗੇ ਹੋਏ ਹਨ। ਤੇ ਗੁਰਮੁਖੋ ਜਦੋਂ ਸਿੱਖ ਨੂੰ ਇਹ ਪਤਾ ਲੱਗਾ ਨਾ ਵੀ ਇਹ ਜਹਾਂਗੀਰ ਬਾਦਸ਼ਾਹ ਵਾ, ਆਪਣੀ ਉਹ ਭੇਟਾ, ਇੱਕ ਟਕਾ ਤੇ ਉਹ ਘਾਹ ਦੀ ਪੰਡ ਉਹਨੇ ਤੁਰੰਤ ਚੁੱਕ ਲਈ। ਜਦੋਂ ਘਾਹ ਦੀ ਪੰਡ ਤੇ ਉਹਨੇ ਉਹ ਟਕਾ ਚੁੱਕਿਆ ਤੇ ਜਹਾਂਗੀਰ ਕਹਿੰਦਾ ਭਲਿਆ ਮੇਰੀ ਭਰੇ ਦਰਬਾਰ ਦੇ ਵਿੱਚ ਇਤਨੀ ਨਰਾਦਰੀ ਤੇ ਨਾ ਕਰ, ਇਸ ਘਾਹ ਦੀ ਪੰਡ ਦੇ ਬਦਲੇ, ਇਸ ਟਕੇ ਦੇ ਬਦਲੇ ਮੈਂ ਤੇਰੀ ਝੋਲੀ ਵਿੱਚ ਕੀਮਤੀ ਮੋਹਰਾਂ ਸੋਨੇ ਦੀਆਂ ਪਾ ਦੇਣਾ ਵਾਂ, ਤੈਨੂੰ ਮੈਂ ਤੋੜ ਦੇਣਾ ਵਾਂ ਸੋਨੇ ਦੇ ਨਾਲ। ਇਹ ਕੀਮਤੀ ਮੋਹਰਾਂ ਤੂੰ ਆਪਣੇ ਗੁਰੂ ਦੇ ਅੱਗੇ ਅਰਪਣ ਕਰੀ, ਆਪਣੇ ਘਰ ਦੇ ਵਿੱਚ ਵਰਤੋਂ ਕਰੀ, ਤੂੰ ਅਮੀਰ ਹੋ ਜਾਏਗਾ। ਪਰ ਆ ਇੱਕ ਟਕਾ ਤੇ ਆ ਘਾਹ ਦੀ ਪੰਡ ਮੇਰੇ ਅੱਗੋਂ ਨਾ ਚੁੱਕ। ਤੇ ਅੱਗੋਂ ਗੁਰੂ ਦਾ ਸਿੱਖ ਦਾ ਸਿਦਕ ਵੇਖੋ, ਉਹਦੇ ਅੰਦਰ ਦੀ ਦ੍ਰਿੜਤਾ ਵੇਖੋ। ਉਸ ਸਿੱਖ ਨੇ ਆਖਿਆ ਭਲਿਆ
ਤੈਨੂੰ ਮਾਮੂਲੀ ਜੀ ਇਹ ਭੇਟਾ ਨਜ਼ਰ ਆਉਂਦੀ ਹੋਵੇਗੀ, ਇਹ ਘਾਹ ਦੀ ਪੰਡ ਤੇ ਇੱਕ ਟਕਾ, ਇਹਦੇ ਵਿੱਚ ਮੇਰੀ ਭਗਤੀ, ਮੇਰੀ ਸ਼ਰਧਾ, ਮੇਰਾ ਪੂਰਨ ਵਿਸ਼ਵਾਸ ਤੇ ਭਰੋਸਾ ਟਿਕਿਆ ਹੋਇਆ ਹੈ। ਇਹ ਭੇਟਾ ਮੈਂ ਆਪਣੇ ਗੁਰੂ ਦੇ ਕਦਮਾਂ ਦੇ ਵਿੱਚ ਰੱਖ ਕਰਕੇ ਮੈਂ ਆਪਣਾ ਜੰਮਣ ਮਰਨ, ਆਪਣੇ ਵਿਕਾਰਾਂ ਦੇ ਬੰਧਨ ਤੁੜਵਾ ਲੈਣੇ ਹਨ। ਮੈਂ ਜੀਵਨ ਮੁਕਤ ਹੋ ਜਾਣਾ ਹੈ। ਤੂੰ ਮੁਕਤ ਕਰ ਸਕਦਾ ਹੈ ਤੇ ਮੈਂ ਤੇਰੇ ਚਰਨਾਂ ਦੇ ਵਿੱਚ ਆ ਭੇਟਾ ਰੱਖਣ ਨੂੰ ਤਿਆਰ ਹਾਂ। ਕਹਿਣ ਲੱਗੇ, ਨਹੀਂ ਜੀ, ਮੈਂ ਮੁਕਤ ਨਹੀਂ ਕਰ ਸਕਦਾ। ਜੀਵਨ ਮੁਕਤ ਤੇ ਕੇਵਲ ਗੁਰੂ ਹਰਗੋਬਿੰਦ ਮਹਾਰਾਜ ਜੀ ਹੀ ਕਰ ਸਕਦੇ ਨੇ। ਇੰਨਾ ਕਹਿ ਕਰਕੇ ਉਸ ਸਿੱਖ ਨੇ, ਜਦੋਂ ਜਹਾਂਗੀਰ ਨੇ ਇੰਨਾ ਕਿਹਾ ਤੇ ਆਪਣੀ ਭੇਟਾ ਚੁੱਕੀ ਤੇ ਉਹ ਘਾਹ ਦੀ ਪੰਡ ਚੁੱਕੀ ਤੇ ਸਿੱਧਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਗਿਆ। ਤੇ ਸੱਚ ਜਾਣਿਓ, ਅੱਗੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਉਹਦੀ ਝੋਲੀ ਵਿੱਚ ਪਾਈਆਂ ਨੇ, ਸਿੱਖ ਵੀ ਬੜੇ ਹੈਰਾਨ। ਸਿੱਖ ਪੁੱਛਦੇ ਨੇ ਵੀ ਕਦੀ ਇਸ ਸਿੱਖ ਨੂੰ ਵੇਖਿਆ ਨਹੀਂ, ਇੱਕ ਦਮੜਾ ਭੇਟਾ ਲੈ ਕੇ ਆਇਆ, ਇਹ ਘਾਹ ਦੀ ਪੰਡ ਲੈ ਕੇ ਆਇਆ ਤੇ ਗੁਰੂ ਜੀ ਇੰਨੀਆਂ ਅਸੀਸਾਂ ਦੇ ਰਹੇ ਨੇ, ਇਹਨੂੰ ਜੀਵਨ ਮੁਕਤ ਇਹਨੂੰ ਕਹਿ ਰਹੇ ਨੇ। ਗੁਰੂ ਪਾਤਸ਼ਾਹ ਜੀ ਨੇ ਆਖਿਆ, ਸਿੱਖੋ, ਇਹ ਜਹਾਂਗੀਰ ਦੀਆਂ ਮੋਹਰਾਂ ਨੂੰ, ਸੋਨੇ ਦੇ ਉਹਨੇ ਦੌਲਤ ਨੂੰ ਇਹ ਠੋਕਰ ਮਾਰ ਕੇ ਆ ਗਿਆ ਹੈ। ਇਹਨੇ ਆਪਣਾ ਈਮਾਨ ਨਹੀਂ ਵੇਚਿਆ, ਆਪਣੀ ਦ੍ਰਿੜਤਾ, ਆਪਣੀ ਸਿੱਖੀ, ਇਹਨੇ ਆਪਣਾ ਪਿਆਰ ਨਹੀਂ ਵਿਕਣ ਦਿੱਤਾ। ਐਸਾ ਮਹਾਨ ਸਿੱਖ ਹੈ, ਇਹ ਜੀਵਨ ਮੁਕਤ ਹੋ ਗਿਆ ਹੈ। ਸੋ ਗੁਰਮੁਖੋ, ਇੱਕ ਗਰੀਬ ਘਾਇਆ ਵੀ ਆਪਣਾ ਈਮਾਨ, ਗੁਰੂ ਤੋਂ ਸਦਕੇ ਜਾਣ ਵਾਲਾ, ਉਹ ਨਹੀਂ ਕਦੇ ਵੇਚਦਾ ਤੇ ਉਹ ਅਮੁੱਲ ਹੋ ਜਾਂਦਾ ਹੈ। ਜਿਹੜਾ ਗੁਰੂ ਨਾਲ ਜੁੜ ਗਿਆ, ਜਿਹੜਾ ਪ੍ਰਭੂ ਨਾਲ ਜੁੜ ਗਿਆ, ਜਿਹਦੇ ਅੰਦਰ ਪ੍ਰਭੂ ਦੇ ਗੁਣ ਵਸ ਗਏ, ਉਹਨੂੰ ਕੋਈ ਨਹੀਂ ਖਰੀਦ ਸਕਦਾ। ਉਹਦੇ ਈਮਾਨ ਨੂੰ, ਉਹਦੇ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਦਾ। ਪਰ ਅੱਜ ਦੀ ਹਾਲਤ ਨੂੰ ਵੇਖੀਏ, ਅੱਜ ਸਿੱਖ ਟਕੇ ਟਕੇ ਉੱਤੇ ਆਪਣਾ ਈਮਾਨ, ਆਪਣਾ ਜ਼ਮੀਰ ਵੇਚਦਾ ਪਿਆ ਹੈ। ਕਦੇ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਹੈ, ਕਦੇ ਕਿਸੇ ਦੇ ਅੱਗੇ ਆਪਣਾ ਇਮਾਰਤ ਤੇ ਆਪਣਾ ਜ਼ਮੀਨ ਰੱਖ ਰਿਹਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਜਿਨ੍ਹਾਂ ਦੇ ਅੰਦਰ ਰੱਬ ਜੀ ਦੇ ਗੁਣ ਵਸ ਜਾਂਦੇ ਨੇ, ਜਿਹੜੇ ਉਸ ਅਮੁੱਲਕ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ, ਉਹ ਵੀ ਅਮੁੱਲ ਹੋ ਜਾਂਦੇ ਹਨ। ਕਿਉਂਕਿ ਜੇ ਪਰਮਾਤਮਾ ਨੂੰ ਨਹੀਂ ਖਰੀਦਿਆ ਜਾ ਸਕਦਾ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਤੇ ਉਹਦੇ ਨਾਲ ਜੁੜਨ ਵਾਲੇ ਵੀ ਖਰੀਦੇ ਨਹੀਂ ਜਾ ਸਕਦੇ, ਉਹਨਾਂ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਕਹਿੰਦੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਫਿਰ ਕਹਿੰਦੇ ਨੇ ਜਿਹੜੇ ਵਪਾਰ ਕਰਦੇ ਨੇ ਉਹਦੇ ਗੁਣਾਂ ਦਾ, ਉਹ ਵੀ ਅਮੁੱਲ ਹੋ ਜਾਂਦੇ ਨੇ। ਵੈਸੇ ਜੀਵ ਇਸ ਜਗਤ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦਾ ਸੌਦਾ ਤੇ ਵਣਜ ਕਰਨ ਵਾਸਤੇ ਆਇਆ ਹੈ। ਤੇ ਗੁਰੂ ਪਾਤਸ਼ਾਹ ਜੀ ਇਸ ਜੀਵ ਰੂਪੀ ਵਣਜਾਰੇ ਨੂੰ ਕਹਿੰਦੇ ਵੀ ਨੇ ਵੀ, ਹੇ ਭਾਈ, ਤੂੰ ਉਹ ਵਸਤ ਆਪਣੀ ਜ਼ਿੰਦਗੀ ਦੇ ਵਿੱਚ ਇਕੱਠੀ ਕਰ, ਭਾਵ ਰੱਬੀ ਗੁਣਾਂ ਦੀ ਰਾਸ ਪੂੰਜੀ ਆਪਣੇ ਜੀਵਨ ਵਿੱਚ ਇਕੱਠੀ ਕਰ, ਜਿਹੜੀ ਤੈਨੂੰ ਇਸ ਲੋਕ ਵਿੱਚ ਵੀ ਮਾਨ ਵਡਿਆਈ ਤੇ ਸੁੱਖ ਦਵਾਏਗੀ, ਤੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਤੈਨੂੰ ਮਾਨ ਵਡਿਆਈ ਤੇ ਤੈਨੂੰ ਸੁਰਖਰੂ ਕਰਾ ਦੇਵੇਗੀ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬੋਲੇ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਈਐ, ਜੈਸੀ ਨਿਭੈ ਨਾਲ, ਅੱਗੇ ਸ਼ਾਉ ਸੁਜਾਨ ਹੈ, ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸ਼ੌ ਦੇਖੇ ਪਤੀ ਆਏ। ਵੀ ਹੇ ਭਾਈ, ਜਦੋਂ ਤੂੰ ਮਨ ਇੱਕ ਚਿੱਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਸਾਂਝ ਪਾਏਗਾ ਨਾ, ਉਹਦੇ ਗੁਣਾਂ ਦਾ ਇਹ ਵਣਜ ਆਪਣੇ ਜੀਵਨ ਵਿੱਚ ਇਕੱਠਾ ਕਰ ਲਵੇਗਾ। ਤੇ ਰੱਬ ਜੀ ਦੇ ਘਰ ਵਿੱਚ ਜਦੋਂ ਗੁਣ ਇੱਥੇ ਵਰਤ ਕੇ ਤੇ ਗੁਣਾਂ ਦੀ ਰਾਸ ਪੂੰਜੀ ਨਾਲ ਲੈ ਕੇ ਜਾਏਗਾ ਨਾ, ਰੱਬ ਜੀ ਤੇਰੀ ਇਸ ਕਮਾਈ ਨੂੰ ਵੇਖ ਕੇ ਬੜੇ ਖੁਸ਼ ਹੋਣਗੇ। ਸੋ ਇਸ ਜਗਤ ਵਿੱਚ ਇਨਸਾਨ ਬਹੁਤ ਕੁਝ ਖਰੀਦਦਾ ਹੈ, ਬਹੁਤ ਸਾਰੀਆਂ ਚੀਜ਼ਾਂ ਦਾ ਵਣਜ ਕਰਦਾ ਹੈ, ਪਰ ਜਿਹੜੇ ਭਗਤ ਜਨ ਹਨ, ਜਿਹੜੇ ਗੁਰਮੁਖ ਜਨ ਹਨ, ਉਹ ਰੱਬੀ ਨਾਮ ਦਾ ਵਣਜ ਕਰਦੇ ਹਨ। ਤੇ ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ, ਕਿਨਹੀ ਮੰਗਿਆ ਕਾਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਦਿਆ ਨਾਮ ਗੋਬਿੰਦ ਕਾ ਨਿਭੀ, ਕੇ ਪੰਬਾਰੀ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਵੀ ਜਿਨ੍ਹਾਂ ਨੇ ਹਰੀ ਪ੍ਰਭੂ ਦੇ ਨਾਮ, ਉਹਦੇ ਗੁਣ, ਇਹ ਹੀਰੇ ਇਕੱਠੇ ਕਰ ਲਏ, ਇਹਨਾਂ ਦਾ ਵਣਜ ਕਰ ਲਿਆ, ਸੰਸਾਰ ਦੇ ਵਿੱਚੋਂ ਸਾਰੇ ਬੰਧਨਾਂ ਦੇ ਵਿੱਚੋਂ ਉਹਨਾਂ ਨੂੰ ਖਲਾਸੀ ਮਿਲ ਗਈ। ਸੰਸਾਰ
ਉਹਨਾਂ ਨੂੰ ਬੰਧਨ ਰੂਪ ਹੋ ਕੇ ਨਹੀਂ ਚੰਬੜ ਸਕਿਆ, ਵਿਕਾਰਾਂ ਦੇ ਬੰਧਨ ਨਹੀਂ ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਸਕੇ। ਤੇ ਗੁਰੂ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਕਿ ਅਮੁੱਲ ਵਪਾਰੀਏ ਅਮੁੱਲ ਭੰਡਾਰ, ਤੇ ਜਿਨ੍ਹਾਂ ਭੰਡਾਰਿਆਂ ਦੇ ਵਿੱਚੋਂ ਉਹਦੇ ਗੁਣ ਖਰੀਦੇ ਜਾਂਦੇ ਨੇ, ਪ੍ਰਾਪਤ ਕੀਤੇ ਜਾਂਦੇ ਨੇ, ਉਹਦੇ ਭੰਡਾਰ ਵੀ ਬੜੇ ਅਮੁੱਲ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਦੇ ਗੁਣਾਂ ਦਾ ਭੰਡਾਰ ਹਨ। ਹਮ ਤਨਵੰਤ ਭਾਗਣ ਸਚ ਨਾਈ, ਹਰ ਗੁਣ ਗਾਵੇ ਸਹਿਜ ਸੁਭਾਏ, ਕਿਉ ਦਾਤੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਗੁਰੂ ਅਰਜਨ ਦੇਵ ਜੀ ਇਸ ਖਜ਼ਾਨੇ ਨੂੰ ਗੁਣਾਂ ਦਾ ਖਜ਼ਾਨਾ ਕਹਿ ਰਹੇ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਕਹਿੰਦੇ ਨੇ ਗੁਣਾਂ ਦਾ ਸਾਗਰ ਹੈ ਤੇ ਇਸ ਗੁਰੂ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਬੇਸ਼ੱਕ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਰੂਪ ਲੈ ਕੇ ਆਉਂਦੇ ਆ, 3100 ਭੇਟਾ ਦੇ ਆਉਂਦੇ ਆ, 2100 ਭੇਟਾ ਦੇ ਆਉਂਦੇ ਆ, ਮਤ ਸਮਝਿਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਲ ਪਾ ਕੇ ਆ ਗਏ ਆ। ਇਹ ਤੇ ਗੁਰੂ ਮਹਾਰਾਜ ਜੀ ਦੀ ਜੋ ਜਿਲਦ ਬਣੀ ਆ, ਜੋ ਆਕਾਰ ਬਣਿਆ ਵਾ, ਜੋ ਇਹਦੀ ਛਪਾਈ ਦੇ ਵਿੱਚ ਜੋ ਪ੍ਰੈਸ ਵੱਲੋਂ ਖਰਚਾ ਆਇਆ ਵਾ, ਕਾਗਜ਼ ਲੱਗਾ ਵਾ, ਜੋ ਬਣਤਰ ਹੈ, ਉਹਦੀ ਆਪਾਂ ਭੇਟਾ ਦੇ ਕੇ ਆਉਂਦੇ ਆ, ਉਹਦਾ ਆਪਾਂ ਮੁੱਲ ਦੇ ਕੇ ਆਉਂਦੇ ਆ। ਇਹਦੇ ਵਿੱਚ ਜੋ ਪੰਕਤੀਆਂ ਲਿਖੀਆਂ ਨੇ, ਜੋ ਰੱਬੀ ਗੁਣ, ਰੱਬ ਜੀ ਦੇ ਨਾਮ ਦੀ ਜੋ ਮਹਿਮਾ ਵਾ, ਉਹਦਾ ਆਪਾਂ ਮੁੱਲ ਕਦੀ ਜ਼ਿੰਦਗੀ ਵਿੱਚ ਵੀ ਨਹੀਂ ਦੇ ਸਕਦੇ। ਆਪਾਂ ਜੇ ਪਾਠ ਕਰਾਉਂਦੇ ਆ ਨਾ, ਉੱਥੇ ਵੀ ਆਪਾਂ ਜਿਹੜੀ ਭੇਟਾ ਦਿੰਦੇ ਆ, ਉਹ ਪਾਠੀਆਂ ਦੀ ਭੇਟਾ, ਉਹਨਾਂ ਦੀ ਮਿਹਨਤ, ਉਹਨਾਂ ਦਾ ਮਿਹਨਤਾਨਾ ਦਿੰਦੇ ਆ। ਆਪਾਂ ਪਾਠ ਦੀ ਵੀ ਕੋਈ ਕੀਮਤ ਨਹੀਂ ਪਾ ਸਕਦੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿੱਥੋਂ ਗੁਣ ਵਿਆਜੇ ਜਾਂਦੇ ਨੇ, ਉਸ ਭੰਡਾਰੇ, ਉਸ ਖਜ਼ਾਨੇ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਮਨੁੱਖਾਂ ਦਾ ਆਉਣਾ ਵੀ ਸੰਸਾਰ ਦੇ ਵਿੱਚ ਅਮੁੱਲ ਹੈ, ਜਿਹੜੇ ਆਕਰ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਆਜਦੇ ਹਨ। ਕਿਉਂਕਿ ਉਹਨਾਂ ਦੇ ਆਉਣ ਦਾ ਕੋਈ ਪ੍ਰਯੋਜਨ ਹੈ। ਉਹਨਾਂ ਦੀ ਹੋਂਦ ਤੋਂ ਜਗਤ ਨੂੰ ਸੁੱਖ ਮਿਲਦਾ ਹੈ, ਜਗਤ ਨੂੰ ਰੱਬੀ ਗੁਣ ਉਹਨਾਂ ਦੀ ਝੋਲੀ ਵਿੱਚੋਂ ਪ੍ਰਾਪਤ ਹੁੰਦੇ ਹਨ। ਬਾਬਾ ਕਬੀਰ ਜੀ ਵਰਗਿਆਂ ਨੇ ਸੰਸਾਰ ਨੂੰ ਰੱਬੀ ਗੁਣਾਂ ਦਾ ਖਜ਼ਾਨਾ ਬਖਸ਼ਿਆ। ਇੱਕ ਇੱਕ ਸ਼ਬਦ ਉਹਨਾਂ ਦਾ ਰੱਬੀ ਗੁਣਾਂ ਦੇ ਖਜ਼ਾਨੇ ਨਾਲ ਜੋੜਦਾ ਵਾ। ਬਾਬੇ ਕਬੀਰ ਜੀ ਵਰਗਿਆਂ ਨੇ ਦਇਆ ਵੰਡੀ ਆਪਣੇ ਜੀਵਨ ਵਿੱਚੋਂ, ਸੰਤੋਖ ਵਰਗਾ ਗੁਣ ਵੰਡਿਆ, ਨਿਮਰਤਾ ਵਰਗਾ ਗੁਣ ਵੰਡਿਆ, ਸੱਚ ਵਰਗਾ ਗੁਣ ਵੰਡਿਆ, ਨਿਰਵੈਰਤਾ ਵਰਗਾ ਗੁਣ ਵੰਡਿਆ ਉਹਨਾਂ ਨੇ। ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਨਮ ਮਰਨ ਦੂਹ ਮੈਂ ਨਾਹੀ, ਜਦ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਡਾਕੂ ਤੇ ਚੋਰ ਦਾ ਵੀ ਇਸ ਸੰਸਾਰ ਦੇ ਵਿੱਚ ਆਉਣ ਦਾ ਪ੍ਰਯੋਜਨ ਹੈ। ਉਹ ਸੰਸਾਰ ਦੇ ਵਿੱਚੋਂ ਖੋਹਦਾ ਹੈ, ਉਹ ਸੰਸਾਰ ਨੂੰ ਲੁੱਟਦਾ ਹੈ, ਉਹ ਸੰਸਾਰ ਨੂੰ ਦੁੱਖ ਦਿੰਦਾ ਹੈ। ਪਰ ਰੱਬੀ ਪੁਰਸ਼, ਰੱਬ ਜੀ ਦੀ ਭਗਤੀ ਕਰਨ ਵਾਲੇ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਸੰਸਾਰ ਦੀ ਝੋਲੀ ਵਿੱਚ ਗੁਣ ਪਾ ਕੇ ਜਾਂਦੇ ਨੇ, ਭਗਤੀ ਵਰਗਾ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾਉਂਦੇ ਨੇ। ਤੇ ਇੱਥੋਂ ਤੱਕ ਕਿ ਆਪਣੀ ਜਿੰਦ ਜਾਨ ਵੀ ਸੰਸਾਰ ਦੇ ਜੀਵਾਂ ਦੇ ਲੇਖੇ ਲਾ ਦਿੰਦੇ ਨੇ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿੱਥੇ ਸਾਰੀ ਉਮਰ ਮਨੁੱਖਤਾ ਦੀ ਝੋਲੀ ਵਿੱਚ ਰੱਬੀ ਗੁਣ ਪਾਏ, ਆਪਣੀ ਬਾਣੀ ਦੇ ਰਾਹੀਂ ਲੋਕਾਂ ਦੇ ਦੁੱਖੜੇ ਉਹਨਾਂ ਨੇ ਦੂਰ ਕੀਤੇ। ਤੇ ਜਦੋਂ ਇਸ ਦੇਸ਼ ਦੇ ਲੋਕਾਂ ਨੂੰ ਜ਼ਰੂਰਤ ਪਈ ਵੀ ਹੁਣ ਬਿਨਾਂ ਸਰੀਰ ਦੇ ਦਿੱਤਿਆਂ, ਬਿਨਾਂ ਇੱਥੇ ਸ਼ਹਾਦਤ ਦੇ ਦਿੱਤਿਆਂ ਸਾਡਾ ਧਰਮ ਨਹੀਂ ਬਚ ਸਕਦਾ, ਸਾਡੀ ਸੰਸਕ੍ਰਿਤੀ ਨਹੀਂ ਬਚ ਸਕਦੀ, ਸਾਰੀ ਉਮਰ ਗੁਰੂ ਸੁੱਖ ਦੇਣ ਵਾਲਾ, ਸਾਰੀ ਉਮਰ ਗੁਰੂ ਰੱਬ ਜੀ ਦੇ ਗੁਣਾਂ ਦਾ ਖਜ਼ਾਨਾ ਵੰਡਣ ਵਾਲਾ ਅੱਜ ਆਪਣਾ ਸਰੀਰ ਵੀ ਇਸ ਦੇਸ਼ ਦੇ ਵਾਸੀਆਂ ਦੇ ਲੇਖੇ ਲਾ ਗਿਆ, ਆਪਣਾ ਸਰੀਰ ਵੀ ਇਹਨਾਂ ਦੀ ਝੋਲੀ ਵਿੱਚ ਪਾ ਗਿਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਮੁੱਲ ਆਵੈ ਅਮੁੱਲ ਲੈ ਜਾਹੇ, ਵੀ ਉਹਨਾਂ ਦਾ ਆਉਣਾ ਵੀ ਅਮੁੱਲ ਹੈ ਤੇ ਉਹਨਾਂ ਦਾ ਜਾਣਾ ਵੀ ਅਮੁੱਲ ਹੈ। ਉਹ ਜਦੋਂ ਜਾਂਦੇ ਨੇ ਨਾ ਸੰਸਾਰ ਦੇ ਵਿੱਚੋਂ, ਤੇ ਉਹਨਾਂ ਦੀਆਂ ਯਾਦਾਂ ਬਰਸੀਆਂ ਦੇ ਰੂਪ ਦੇ ਵਿੱਚ ਮਨਾਈਆਂ ਜਾਂਦੀਆਂ ਹਨ। ਜੋਤੀ ਜੋਤ ਦਿਹਾੜੇ ਮਨਾਏ ਜਾਂਦੇ ਨੇ। ਉੱਥੇ ਜੋਤੀ ਜੋਤ ਦਿਹਾੜੇ ਦੇ ਵਿੱਚ ਵੀ ਜਿਹੜੀ ਮੌਤ ਦੇ ਭੈ ਤੋਂ ਸਾਨੂੰ ਉਹਨਾਂ ਦਾ ਜੀਵਨ ਉੱਪਰ ਉਠਾਉਂਦਾ ਵਾ, ਉੱਥੇ ਵੀ ਉਹਨਾਂ ਦੇ ਗੁਣਾਂ ਦੀ ਚਰਚਾ ਕਰਕੇ, ਉਹਨਾਂ ਦੇ ਸਿਧਾਂਤਕ ਜੀਵਨ ਨੂੰ ਵਿਚਾਰ ਕਰਕੇ ਸਾਨੂੰ ਸਿੱਧਾਂ ਮਿਲਦੀਆਂ ਨੇ। ਉਹਨਾਂ ਦਾ ਜਾਣਾ ਵੀ ਅਮੁੱਲ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਅਮੁੱਲ ਭਾਏ ਅਮੁੱਲਾ ਸਮਾਹੇ। ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਵੀ ਪੁਰਖ ਅਮੁੱਲ ਨੇ
ਜਿਹੜੇ ਰੱਬ ਜੀ ਦੇ ਪ੍ਰੇਮ ਦੇ ਵਿੱਚ ਰੱਤੇ ਹੋਏ ਨੇ। ਭਾਏ ਦਾ ਅਰਥ ਹੈ ਪ੍ਰੇਮ, ਕਿਉਂਕਿ ਮਨੁੱਖ ਸਮਾਜ ਨੂੰ ਪ੍ਰੇਮ ਕਰ, ਆਪਣੇ ਪਰਿਵਾਰ ਨੂੰ ਪ੍ਰੇਮ ਕਰ ਸਕਦਾ ਹੈ, ਬੱਚਿਆਂ ਨੂੰ ਪ੍ਰੇਮ ਕਰ ਸਕਦਾ ਹੈ, ਪਰ ਸੰਸਾਰ ਨੂੰ, ਸਮਾਜ ਨੂੰ ਪ੍ਰੇਮ ਕਰਨੀ ਬੜੀ ਔਖੀ ਖੇਡ ਹੈ। ਸੰਸਾਰ ਦੇ ਲੋਕਾਂ ਨਾਲ ਸਨੇਹ ਪ੍ਰੇਮ ਵਾਲਾ ਵਿਵਹਾਰ ਕਰਨਾ ਬੜੀ ਔਖੀ ਖੇਡ ਹੈ। ਪਰ ਉਹ ਪੁਰਖ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰੇਮ ਕਰਦਾ ਹੈ ਤੇ ਨਾਲ ਉਹਦੀ ਪੈਦਾ ਕੀਤੀ ਹੋਈ ਲਕਾਈ ਨੂੰ ਵੀ ਪ੍ਰੇਮ ਕਰਦਾ ਵਾ। ਤੇ ਕਹਿੰਦੇ ਨੇ ਉਹ ਅਮੁੱਲ ਹੈ, ਤੇ ਕਹਿੰਦੇ ਨੇ ਉਹ ਪਰਮਾਤਮਾ ਜੀ ਦੇ ਵਿੱਚ ਲੀਨ ਹੋ ਜਾਂਦਾ ਹੈ, ਪ੍ਰੇਮ ਦੀ ਸਾਂਝ ਪਾ ਕਰਕੇ। ਕਹਿੰਦੇ ਨੇ ਉਹ ਵੀ ਅਮੁੱਲ ਹੈ। ਅੱਗੇ ਕਹਿੰਦੇ ਅਮੁੱਲ ਧਰਮ, ਅਮੁੱਲ ਦੀ ਬਾਣ, ਅਕਾਲ ਪੁਰਖ ਵਾਹਿਗੁਰੂ ਜੀ ਦੇ ਕਾਨੂੰਨ ਤੇ ਉਹਦਾ ਰਾਜ ਦਰਬਾਰ ਵੀ ਅਮੁੱਲਕ ਹੈ। ਉਹਨੇ ਇੱਕ ਕਾਨੂੰਨ ਦੇ ਵਿੱਚ, ਇੱਕ ਮਰਿਆਦਾ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਬੰਨ੍ਹਿਆ ਹੋਇਆ ਹੈ। ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਕਾਨੂੰਨ, ਉਹਦੀ ਬਣਾਈ ਹੋਈ ਮਰਿਆਦਾ ਦੇ ਸੰਚੇ ਦੇ ਵਿੱਚ ਵਿਚਰਦੀ ਪਈ ਹੈ। ਤੇ ਕਹਿੰਦੇ ਧਰਮ ਦਾ ਅਰਥ ਤੇ ਕਾਨੂੰਨ ਹੈ। ਉਹਦਾ ਕਾਨੂੰਨ, ਉਹਦਾ ਰਾਜ ਦਰਬਾਰ ਅਮੁੱਲਕ ਹੈ। ਅੱਜ ਦੇ ਕਾਨੂੰਨ ਨੂੰ ਖਰੀਦਿਆ ਜਾ ਸਕਦਾ ਹੈ, ਅੱਜ ਦੇ ਅਦਾਲਤਾਂ ਨੂੰ, ਰਾਜ ਦਰਬਾਰ ਭਾਵ ਅਦਾਲਤਾਂ ਨੂੰ ਵੀ ਖਰੀਦਿਆ ਜਾ ਸਕਦਾ ਹੈ। ਜਿਹੜੇ ਕਾਨੂੰਨ ਦੀ ਪੈਰਵੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਖਰੀਦਿਆ ਜਾ ਸਕਦਾ ਹੈ। ਤਾਂ ਹੀ ਤੇ ਗੁਰੂ ਜੀ ਨੇ ਆਖਿਆ ਸੀ, ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਕਾਜੀ ਹੋਏ ਰਿਸ਼ਵਤੀ। ਵੱਡੀ ਲੈ ਕੇ ਹੱਕ ਗਵਾਏ। ਇਹ ਕਾਜੀ ਜਿਹੜਾ ਹੈ ਨਿਆਂ ਪ੍ਰਣਾਲੀ ਦਾ ਮੁਖੀ ਮੰਨਿਆ ਜਾਂਦਾ ਸੀ, ਵੱਡੀ ਲੈ ਲੈਂਦਾ ਸੀ, ਤੇ ਜਿਹੜਾ ਨਿਰਦੋਸ਼ ਹੈ ਉਹਨੂੰ ਦੋਸ਼ੀ ਸਾਬਤ ਕਰ ਦਿੰਦਾ ਸੀ, ਤੇ ਜਿਹੜਾ ਦੋਸ਼ੀ ਤੇ ਪਾਪੀ ਹੈ ਉਹਨੂੰ ਨਿਰਦੋਸ਼ ਸਾਬਤ ਕਰ ਦਿੰਦਾ ਸੀ, ਉਹਨੂੰ ਬਚਾ ਲੈਂਦਾ ਸੀ। ਤੇ ਸਤਿਗੁਰੂ ਜੀ ਕਹਿੰਦੇ ਪਰ ਉਹ ਰੱਬ ਜੀ ਦਾ ਜਿਹੜਾ ਧਰਮ ਹੈ ਨਾ, ਕਾਨੂੰਨ ਹੈ, ਉਹਨੂੰ ਨਹੀਂ ਕੋਈ ਖਰੀਦ ਸਕਦਾ, ਉਹਦੇ ਰਾਜ ਦਰਬਾਰ ਨੂੰ ਕੋਈ ਨਹੀਂ ਖਰੀਦ ਸਕਦਾ। ਕਹਿੰਦੇ ਅਮੁੱਲ ਤੁੱਲ, ਅਮੁੱਲ ਪ੍ਰਮਾਣ। ਤੇ ਜਿਹੜੀ ਤਕੜੀ ਦੇ ਨਾਲ ਜੀਵਾਂ ਦੇ ਉਹ ਕਰਮਾਂ ਦਾ ਲੇਖਾ ਜੋਖਾ ਵੇਖਦਾ ਹੈ ਨਾ, ਕਰਦਾ ਹੈ, ਤੇ ਕਹਿੰਦੇ ਨੇ ਉਸ ਤਕੜੀ ਨੂੰ ਵੀ ਕੋਈ ਨਹੀਂ ਖਰੀਦ ਸਕਦਾ, ਉਹ ਵੀ ਅਮੁੱਲ ਹੈ। ਤੇ ਅਮੁੱਲ ਪ੍ਰਮਾਣ। ਤੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਜਿਹੜੀ ਬਖਸ਼ਿਸ਼ ਹੈ ਨਾ, ਉਹਨੂੰ ਵੀ ਕੋਈ ਨਹੀਂ ਖਰੀਦ ਸਕਦਾ। ਕਹਿੰਦੇ ਨੇ ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ। ਉਹਦੀ ਬਖਸ਼ਿਸ਼ ਤੇ ਉਹਦੇ ਬਖਸ਼ ਦੇ ਨਿਸ਼ਾਨ ਨੂੰ ਕੋਈ ਨਹੀਂ ਖਰੀਦ ਸਕਦਾ। ਕਿੰਨੀ ਮਹਾਨ ਬਖਸ਼ਿਸ਼ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਡੇ ਜੀਵਨ ਦੇ ਉੱਪਰ। ਅਸੀਂ ਆਪਣੀ ਬੋਡੀ ਨੂੰ ਵੇਖੀਏ ਨਾ, ਸਾਡੀ ਬੋਡੀ ਉਹਦੀਆਂ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਹੈ। ਵੇਖੋ, ਬਾਜ਼ਾਰ ਦੇ ਵਿੱਚੋਂ ਲੱਕੜ ਦੇ ਹੱਥ, ਪਲਾਸਟਿਕ ਦੇ ਹੱਥ ਤਾਂ ਮਿਲ ਸਕਦੇ ਆ, ਪਰ ਆਹ ਜਿਹੜੇ ਹੱਥ, ਆਹ ਜਿਹੜੀਆਂ ਬਾਹਾਂ ਜੋ ਕੰਮ ਕਰ ਰਹੀਆਂ ਨੇ, ਇਹ ਨਹੀਂ ਮਿਲ ਸਕਦੀਆਂ। ਇਹਨਾਂ ਦੀ ਕੀਮਤ ਨਹੀਂ ਆਪਾਂ ਪਾ ਸਕਦੇ। ਪੱਥਰ ਦੀ ਅੱਖ ਦੀ ਆਪਾਂ ਕੀਮਤ ਤੇ ਪਾ ਸਕਦੇ ਹਾਂ, ਪੱਥਰ ਦੀ ਅੱਖ ਤੇ ਆਪਾਂ ਲਵਾ ਸਕਦੇ ਹਾਂ, ਪਰ ਆਹ ਜਿਹੜੀ ਅੱਖ ਮਾਲਕ ਨੇ ਕੁਦਰਤੀ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਰਹਿਮਤ, ਇਸ ਬਖਸ਼ਿਸ਼ ਦੀ ਕੀਮਤ ਆਪਾਂ ਨਹੀਂ ਪਾ ਸਕਦੇ। ਇਸੇ ਤਰ੍ਹਾਂ ਇਹ ਜਿਹੜੀਆਂ ਲੱਤਾਂ ਹਨ, ਇਹ ਆਪਾਂ ਲੱਕੜ ਦੀਆਂ ਵੀ ਲਵਾ ਸਕਦੇ ਹਾਂ, ਆਪਾਂ ਪਲਾਸਟਿਕ ਦੀਆਂ ਵੀ ਲਵਾ ਸਕਦੇ ਹਾਂ, ਪਰ ਜੋ ਲੱਤਾਂ ਸਾਡੀਆਂ ਸਰੀਰ ਦੇ ਨਾਲ ਜੋ ਧੁਰ ਤੋਂ ਆਈਆਂ, ਜੋ ਮਾਲਕ ਨੇ ਸਰੀਰ ਦੀ ਬਣਤਰ ਬਣਾ ਕਰਕੇ ਸਾਡੇ ਨਾਲ ਲਗਾਈਆਂ, ਜੋ ਚੱਲ ਫਿਰਦੀਆਂ ਪਈਆਂ, ਉਸ ਬਖਸ਼ਿਸ਼, ਉਹਦੀ ਕੀਮਤ ਨਹੀਂ ਆਪਾਂ ਦੇ ਸਕਦੇ। ਆਪਾਂ ਹਵਾ ਸਵਾਸ ਲੈਂਦੇ ਆ, ਇਹਦੀ ਕੀਮਤ ਵੀ ਆਪਾਂ ਨਹੀਂ ਪਾ ਸਕਦੇ। ਉਹਦੀ ਇੱਕ ਇੱਕ ਬਖਸ਼ਿਸ਼ ਜਿਹੜੀ ਅਮੋਲਕ ਹੈ। ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਕੀ ਹੈ? ਵੀ ਉਹ ਬੰਦਾ ਜਿਹਦੇ ਝੋਲੀ ਵਿੱਚ ਮਾਲਕ ਵਾਹਿਗੁਰੂ ਜੀ ਨੇ ਬਖਸ਼ਿਸ਼ਾਂ ਪਾਈਆਂ ਹਨ, ਉਹਦੇ ਸ਼ਰਾਫਤ ਉਹਦਾ ਨਿਸ਼ਾਨ ਹੋਵੇਗੀ, ਇਮਾਨਦਾਰੀ ਉਹਦਾ ਨਿਸ਼ਾਨ ਹੋਵੇਗੀ, ਦਇਆ ਵਾਲਾ ਗੁਣ ਉਹਦਾ ਨਿਸ਼ਾਨ ਹੋਵੇਗੀ। ਇਸ ਬਖਸ਼ਿਸ਼ ਦਾ ਵੀ, ਉਹਦੇ ਨਿਸ਼ਾਨੀ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਤੇ ਕਹਿੰਦੇ ਨੇ ਅਮੁੱਲ ਬਖਸ਼ਿਸ਼, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫਰਮਾਨ। ਗੁਰੂ ਮਹਾਰਾਜ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਉਹਦੇ ਹੁਕਮ, ਉਹਦੇ ਫਰਮਾਨ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਨਿਵਲਾਏ। ਅਕਾਲ ਪੁਰਖ ਵਾਹਿਗੁਰੂ ਜੀ ਸਭ ਅੰਦਾਜ਼ਿਆਂ ਤੋਂ ਪਰੇ ਹੈ। ਬੜੇ ਮਨੁੱਖ ਆਏ, ਬੜੇ ਬੁੱਧੀਜੀਵੀ ਆਏ, ਤੇ ਅੱਜ ਤੱਕ ਉਹਦੇ ਗੁਣਾਂ ਦਾ ਅੰਦਾਜ਼ਾ, ਉਹਦੀ ਹੈਸੀਅਤ, ਉਹਦੀ ਹਸਤੀ ਦਾ ਅੰਦਾਜ਼ਾ ਲਗਾ ਕਰਕੇ ਉਹਦੀ ਤਹਿ ਤੱਕ ਜਾਣਾ ਚਾਹੁੰਦੇ ਨੇ। ਭਾਵ ਅੰਦਾਜ਼ਾ ਲਗਾ ਕਰਕੇ ਉਹਦੇ ਅੰਤ ਤੱਕ ਪਹੁੰਚਣਾ ਚਾਹੁੰਦੇ ਹਨ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੜੇ ਆਏ ਉਹਦੇ ਅੰਦਾਜ਼ੇ ਲਗਾਉਣ ਵਾਲੇ, ਪਰ ਉਹ ਅੰਦਾਜ਼ਿਆਂ ਤੋਂ ਪਰੇ ਹੈ।
ਇੱਥੇ ਅੰਦਾਜ਼ੇ ਲਗਾ ਲਗਾ ਕੇ ਲੋਕ ਥੱਕ ਗਏ, ਪਰ ਕਹਿੰਦੇ ਨੇ ਉਹ ਉਸ ਪਰਮਾਤਮਾ ਦਾ ਅੰਦਾਜ਼ਾ ਅੱਜ ਤੱਕ ਕਿਸੇ ਨੂੰ ਪੂਰਨ ਤੌਰ ਤੇ ਨਹੀਂ ਲੱਗ ਸਕਿਆ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਨਿਭ ਲਾਏ। ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਦਾ ਅੰਦਾਜ਼ਾ ਲਗਾਉਂਦੇ ਹਨ, ਉਹ ਅੰਤ ਨੂੰ ਇਸ ਸੰਸਾਰ ਦੇ ਵਿੱਚੋਂ ਅੰਦਾਜ਼ਾ ਲਗਾਉਂਦੇ ਚਲੇ ਗਏ, ਪਰ ਉਹਦੀ ਤਹਿ ਤੱਕ ਨਾ ਪਹੁੰਚ ਸਕੇ, ਉਹਦਾ ਅੰਤ ਨਾ ਪਾ ਸਕੇ। ਅੱਗੇ ਕਹਿੰਦੇ ਨੇ ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਕਹਿੰਦੇ ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਦਾਜ਼ਾ ਲਗਾਉਂਦੇ ਹਨ ਵੀ ਇਹਨਾਂ ਧਰਮ ਗ੍ਰੰਥਾਂ ਦੇ ਵਿੱਚ ਵੀ ਉਹਦੀ ਹਸਤੀ, ਉਹਨੂੰ ਬਿਆਨ ਕੀਤਾ ਗਿਆ ਹੈ, ਉਹਦਾ ਅੰਦਾਜ਼ਾ ਲਗਾਉਣ ਦਾ, ਉਹਦਾ ਅੰਤ ਪਾਉਣ ਦਾ ਯਤਨ ਕੀਤਾ ਗਿਆ ਹੈ। ਤੇ ਕਹਿੰਦੇ ਨੇ ਵੀ ਕਈ ਵਿਦਵਾਨ ਪੁਰਸ਼ ਵੀ ਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬਿਆਨ ਕਰ ਰਹੇ ਹਨ। ਆਖੇ ਬੜੇ ਕਰੇ ਵਖਿਆਣ, ਉਹਦਾ ਵਖਿਆਣ ਕਰਦੇ ਨੇ, ਉਹਦੀ ਹਸਤੀ ਨੂੰ ਗਾਉਂਦੇ ਹਨ। ਫਿਰ ਕਹਿੰਦੇ ਨੇ ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ। ਕਹਿੰਦੇ ਨੇ ਕਈ ਬ੍ਰਹਮਾ, ਕਈ ਇੰਦਰ ਤੇ ਕਈ ਗੋਪੀਆਂ ਤੇ ਕਾਣ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਦਾਜ਼ਾ ਲਗਾ ਰਹੇ ਹਨ। ਹੁਣ ਗੁਰੂ ਮਹਾਰਾਜ ਜੀ ਇੱਥੇ ਇਹ ਨਹੀਂ ਸਾਬਤ ਕਰ ਰਹੇ ਕਿ ਬ੍ਰਹਮਾ ਵਾਕਈ ਸੰਸਾਰ ਦੇ ਵਿੱਚ ਹੋਇਆ ਹੈ, ਇਹ ਨਹੀਂ ਸਾਬਤ ਕਰ ਰਹੇ। ਜੋ ਪ੍ਰਚਲਿਤ ਚੀਜ਼ਾਂ ਸਨ, ਜੋ ਪ੍ਰਚਲਿਤ ਨਾਮ ਸਨ, ਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਵਰਤੋਂ ਕੀਤੀ ਹੈ। ਕਹਿਣ ਲੱਗੇ ਤੁਸੀਂ ਇੱਕ ਬ੍ਰਹਮਾ ਦੇ ਬਾਰੇ ਆਖਦੇ ਹੋ ਵੀ ਉਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਇੱਥੇ ਤੇ ਕਈ ਬ੍ਰਹਮਾ ਲੱਗੇ ਹੋਏ ਨੇ। ਬ੍ਰਹਮਾ ਖੁਦ ਉਹਦੀ ਕਿਰਤ ਹੈ, ਬ੍ਰਹਮਾ ਨੂੰ ਤੇ ਖੁਦ ਪਰਮਾਤਮਾ ਬਣਾਉਣ ਵਾਲਾ ਹੈ। ਇੱਕੋ ਰਚਨਹਾਰ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਤੇ ਕਹਿੰਦੇ ਕਈ ਬ੍ਰਹਮਾ, ਕਈ ਇੰਦਰ, ਕਈ ਗੋਪੀਆਂ ਕਾਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਦਾ ਅੰਦਾਜ਼ਾ ਲਗਾ ਰਹੇ ਹਨ, ਪਰ ਕੋਈ ਵੀ ਉਹਦੀ ਹਸਤੀ ਦਾ ਅੰਦਾਜ਼ਾ ਲਗਾ ਕਰਕੇ ਉਹਦੀ ਤਹਿ ਤੱਕ, ਉਹਦੇ ਅੰਤ ਤੱਕ ਨਹੀਂ ਪਹੁੰਚ ਸਕਿਆ। ਫਿਰ ਅੱਗੇ ਕਹਿੰਦੇ ਨੇ ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਬੁੱਧ ਕਈ ਸ਼ਿਵ। ਈਸ਼ਰ ਦਾ ਅਰਥ ਹੁੰਦਾ ਸ਼ਿਵ। ਕਈ ਸ਼ਿਵ ਤੇ ਕਈ ਸਿੱਧ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੋ ਪੈਦਾ ਕੀਤੇ ਹੋਏ ਕਈ ਬੁੱਧੀਮਾਨ ਜੀਵ, ਬੁੱਧ ਵਰਗੇ ਰਾਖਸ਼ ਤੇ ਦੇਵਤੇ, ਦੇਵਤਾ ਸੁਭਾਅ ਵਾਲੇ ਮਨੁੱਖ, ਕਈ ਮੁਨੀ ਲੋਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਦਾਜ਼ਾ ਲਗਾਉਂਦੇ ਨੇ, ਭਾਵ ਉਹਦੀ ਤਹਿ ਤੱਕ, ਉਹਦੇ ਅੰਤ ਤੱਕ ਪਹੁੰਚਣਾ ਚਾਹੁੰਦੇ ਨੇ। ਕਈ ਇੱਕ ਤਾਰ ਸਮਾਧੀਆਂ ਲਾ ਕਰਕੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਭੱਟ ਸਾਹਿਬਾਨ ਜੀ ਕਹਿੰਦੇ ਨੇ ਅੰਤ ਨਾ ਪਾਵਰ ਦੇਵ ਸਦੈ ਬਨ ਇੰਦਰ ਮਹਾ ਸ਼ਿਵ ਜੋਗ ਕਰੀ। ਖੁਦ ਵੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛਾੜਿਓ ਏਕ ਕਰੀ। ਵੀ ਸ਼ਿਵ ਜੀ ਵਰਗੇ ਸਮਾਧੀਆਂ ਲਾ ਕੇ ਬੈਠੇ ਨੇ ਕਿ ਪਰਮਾਤਮਾ ਤੇਰੇ ਗੁਣਾਂ ਦਾ ਅੰਤ ਪਾਣਾ ਵਾ। ਬ੍ਰਹਮਾ ਜੀ ਵਰਗੇ ਵੇਦ ਉਚਾਰ ਕਰਕੇ ਇਹ ਯਤਨ ਕਰ ਰਹੇ ਨੇ ਕਿ ਤੇਰੇ ਗੁਣਾਂ ਦਾ ਅੰਤ ਪਾਣਾ ਹੈ। ਪਰ ਭੱਟ ਸਾਹਿਬਾਨ ਕਹਿੰਦੇ ਨੇ ਮਾਲਕ ਤੂੰ ਐਸੀ ਕਮਾਲ ਦੀ ਹਸਤੀ ਦਾ ਮਾਲਕ ਹੈ, ਤੂੰ ਐਸਾ ਬੇਅੰਤ ਹੈ ਕਿ ਲੱਖਾਂ ਸਮਾਧੀਆਂ ਲੋਕ ਲਗਾਉਣ, ਤੇਰਾ ਅੰਤ ਨਹੀਂ ਕੋਈ ਪਾ ਸਕਦੇ, ਕਿਉਂਕਿ ਤੂੰ ਅਮੁੱਲ ਹੈ, ਤੇਰੀ ਕੀਮਤ ਨਹੀਂ ਕੋਈ ਪਾ ਸਕਦਾ। ਕਹਿੰਦੇ ਨੇ ਕਿ ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਅੱਗੇ ਕਹਿੰਦੇ ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਬੇਅੰਤ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਦਾਜ਼ਾ ਲਗਾ ਰਹੇ ਹਨ, ਉਹਦੀ ਹਸਤੀ ਨੂੰ ਨਾਪਣ ਤੋਲਣ ਦਾ ਯਤਨ ਕਰ ਰਹੇ ਹਨ ਅਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ। ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਸੰਸਾਰ ਦੇ ਵਿੱਚੋਂ ਤੁਰੇ ਜਾ ਰਹੇ ਹਨ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਉਹਦਾ ਅੰਤ ਨਹੀਂ ਪਾ ਸਕਿਆ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ। ਜਗਤ ਵਿੱਚ ਇਤਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਬਿਆਨ ਕਰਨ ਤੋਂ ਪਰੇ ਹਨ, ਪਰ ਇਹ ਹਰੀ ਤੂੰ ਹੋਰ ਵੀ ਬੇਅੰਤ ਜੀਵ ਅਗਰ ਪੈਦਾ ਕਰ ਦੇਵੇਂ, ਕੋਈ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ, ਕੀਮਤ ਨਹੀਂ ਪਾ ਸਕਦਾ। ਫਿਰ ਅੱਗੇ ਕਹਿੰਦੇ ਨੇ ਜੀਵੜ ਭਾਵੇ ਤੀਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਵੀ हे ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਜਿਤਨਾ ਵੀ ਕੁਦਰਤ ਨੂੰ ਵਧਾਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ। ਕਹਿੰਦੇ ਨੇ ਇਹ ਮਨੁੱਖ ਨਹੀਂ ਅੰਦਾਜ਼ਾ ਲਗਾ ਕੇ ਦੱਸ ਸਕਦਾ ਵੀ ਇੰਨੀ ਕੁ ਕੁਦਰਤ ਹੈ, ਇੰਨੀ ਕੁ ਧਰਤੀ ਹੈ, ਇੰਨਾ ਕੁ ਜਲ ਹੈ ਤੇ ਸਮੁੰਦਰਾਂ ਦੇ ਵਿੱਚ ਇੰਨੀਆਂ ਕੁ ਵਸਤੂਆਂ ਪਈਆਂ ਹੋਈਆਂ ਹਨ, ਇੰਨਾ ਕੁ ਲੰਬਾ ਚੌੜਾ ਆਕਾਸ਼ ਹੈ। ਕਹਿਣ ਲੱਗੇ ਤੁਸੀਂ ਚਾਹੋ ਤੇ ਆਪਣੀ ਹਸਤੀ ਨੂੰ ਹੋਰ ਵਧਾ ਸਕਦੇ ਹੋ। ਤੁਹਾਡਾ ਕੋਈ
ਪਾਰਾਵਾਰ ਨਹੀਂ ਪਾ ਸਕਦਾ, ਅੰਤ ਨਹੀਂ ਪਾ ਸਕਦਾ। ਕਹਿੰਦੇ ਨੇ ਜਦੋਂ ਤੁਹਾਨੂੰ ਚੰਗਾ ਲੱਗਦਾ ਹੈ ਜਾਂ ਚਾਹੁੰਦੇ ਹੋ ਕਿ ਆਪਣੀ ਕੁਦਰਤ ਨੂੰ ਤੁਸੀਂ ਵਧਾ ਲੈਂਦੇ ਹੋ, ਕਹਿੰਦੇ ਨੇ ਸਦਾ ਸਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਜਾਣਦਾ ਕਿ ਉਹ ਕਿੱਡਾ ਵੱਡਾ ਹੈ। ਆਪ ਹੀ ਉਹਨੂੰ ਪਤਾ ਹੈ ਮੈਂ ਕਿੱਡਾ ਵੱਡਾ ਵਾਂ, ਨਾਨਕ ਜਾਣੇ ਸਾਚਾ ਸੋਈ। ਫਿਰ ਅੱਗੇ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰਾ। ਪਰ ਜੇ ਕੋਈ ਬੜਬੋਲਾ ਮਨੁੱਖ, ਜੇ ਕੋਈ ਬੜਬੋਲਾ ਮਨੁੱਖ ਇਹ ਦੱਸਣ ਦਾ ਯਤਨ ਕਰੇ ਕਿ ਮੈਂ ਪਰਮਾਤਮਾ ਦੇ ਆ ਵੀ ਹਸਤੀ ਨੂੰ ਜਾਣ ਲਿਆ, ਆ ਵੀ ਗੁਣਾਂ ਦਾ ਅੰਤ ਮੈਂ ਪਾ ਲਿਆ, ਮੈਂ ਪਰਮਾਤਮਾ ਨੂੰ ਦੱਸ ਰਿਹਾ ਵਾਂ ਵੀ ਉਹ ਏਡਾ ਵੱਡਾ ਵਾ, ਮੈਂ ਉਹਦੀ ਖੋਜ ਕਰ ਰਿਹਾ ਵਾਂ, ਮੈਂ ਤਹਿ ਤੱਕ ਪਹੁੰਚ ਗਿਆ ਵਾਂ ਵੀ ਏਡਾ ਕੋ ਵੱਡਾ ਉਹਦਾ ਵਿਸਥਾਰ ਵਾ, ਉਹਦੀ ਕੁਦਰਤ ਏਡੀ ਕੋ ਵੱਡੀ ਆ। ਤੇ ਕਹਿੰਦੇ ਨੇ ਉਹ ਮੂਰਖਾਂ ਦਾ ਮੂਰਖ ਹੈ, ਸਰਦਾਰ ਹੈ ਮੂਰਖਾਂ ਦਾ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ। ਗੁਰੂ ਮਹਾਰਾਜ ਜੀ ਕਹਿੰਦੇ ਮੈਂ ਤੇ ਉਹਨੂੰ ਗਵਾਰਾਂ ਦਾ ਗਵਾਰ ਆਖਾਂਗਾ ਜਿਹੜਾ ਉਹਦੇ ਗੁਣਾਂ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰਦਾ ਵਾ, ਉਹਦੀ ਹਸਤੀ ਦਾ ਅੰਦਾਜ਼ਾ ਲਗਾ ਕਰਕੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਵਾ। ਸੋ ਗੁਰੂ ਜੀ ਨੇ ਇਸ ਪੌੜੀ ਦੇ ਅੰਦਰ ਸਮਝਾਇਆ ਵਾ ਕਿ ਪਰਮਾਤਮਾ ਆਪ ਮਹਾਨ ਹੈ, ਤੇ ਜਿਹੜਾ ਉਹਦੇ ਗੁਣਾਂ ਨਾਲ ਸਾਂਝ ਪਾ ਕੇ ਉਹਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਨਾ, ਕਹਿੰਦੇ ਨੇ ਉਹ ਵੀ ਮਹਾਨ ਹੋ ਜਾਂਦਾ ਹੈ। ਜੇ ਪਰਮਾਤਮਾ ਆਪ ਅਮੁੱਲਕ ਹੈ ਤੇ ਉਹਦੇ ਨਾਲ ਜੁੜਨ ਵਾਲਾ ਵੀ ਅਮੁੱਲਕ ਹੋ ਜਾਂਦਾ ਹੈ। ਤੇ ਆਪਾਂ ਉਸ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਉਸ ਪਰਮਾਤਮਾ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਸਚਿਆਰ ਬਣਨ ਦੀ ਕੋਸ਼ਿਸ਼ ਕਰਨੀ ਆ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਵਾ, ਉਹਦੀ ਹੁਕਮ ਰਜਾ ਵਿੱਚ ਚੱਲ ਕਰਕੇ ਆਪਾਂ ਸਚਿਆਰ ਹੋਣਾ। ਕਿਉਂਕਿ ਇਸ ਬਾਣੀ ਦਾ ਮਕਸਦ ਹੈ ਕਿ ਸਚਿਆਰਾਂ ਹੋਈ ਹੈ ਕਿ ਕੂੜੇ ਟੁੱਟੇ ਪਾਰ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਹਾਲ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ